ਦੋਸਤੋ, ਜੇਕਰ ਮੈਂ ਤੁਹਾਡੇ ਤੋਂ ਪੁੱਛਾਂ ਕਿ ਦੁਨੀਆ ਦਾ ਸਭ ਤੋਂ ਪਾਵਰਫੁਲ ਤੇ ਅਮੀਰ ਇਨਸਾਨ ਕੌਣ ਹੈ ਤਾਂ ਤੁਸੀਂ ਸੋਚਦੇ ਹੋਵੋਗੇ ਐਲਨ ਮਸਕ, ਜੈਫ ਬੇਜ਼ੋਸ ਜਾਂ ਬਿਲ ਗੇਟਸ। ਤਾਂ ਤੁਸੀਂ ਗਲਤ ਸੋਚ ਰਹੇ ਹੋ। ਗੂਗਲ, ਐਪਲ, ਫੇਸਬੁੱਕ, ਐਮਾਜ਼ਨ ਵਰਗੇ ਕੰਪਨੀਆਂ ਪੂਰੇ ਵਰਲਡ ਤੇ ਰਾਜ ਕਰਦੀਆਂ ਨੇ, ਪਰ ਕੋਈ ਅਜਿਹਾ ਇਨਸਾਨ ਵੀ ਹੈ ਜੋ ਇਹਨਾਂ ਨੂੰ ਵੀ ਕੰਟਰੋਲ ਕਰਦਾ ਹੈ? ਤਾਂ ਜਵਾਬ ਹੈ ਹਾਂ। ਲੈਰੀ ਫਿੰਕ ਨਾਮ ਦਾ ਇਹ ਬੰਦਾ ਅੱਜ ਦੁਨੀਆ ਦੀ ਸਭ ਤੋਂ ਪਾਵਰਫੁਲ ਕੰਪਨੀ ਓਨ ਕਰਦਾ ਹੈ ਤੇ ਜਿਸ ਦਾ ਨਾਮ ਹੈ ਬਲੈਕ ਰੌਕ। Larry Fink, founder and CEO of BlackRock, the world's largest asset manager with nearly $7 trillion under management. And now we've seen in decades. You talk about 2022 being a year of huge transition. I actually believe inflation will be abating very rapidly. will evade rapidly. Yeah, I mean, is it going to go back down to 2%, which is their objective? That's going to be hard. BlackRock ਨਾਮ ਦੀ ਕੰਪਨੀ ਅੱਜ ਇੰਨਾ ਜ਼ਿਆਦਾ ਪੈਸਾ ਹੈਂਡਲ ਕਰਦੀ ਹੈ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ। $10 trillion ਆਸਾਨ ਸ਼ਬਦਾਂ ਵਿੱਚ ਸਮਝੇ ਤਾਂ ਇੰਡੀਆ ਦੀ GDP ਹੈ 3.5 ਟ੍ਰਿਲੀਅਨ US। ਤਾਂ ਲੈਰੀ ਫਿੰਕ ਇੰਡੀਆ ਦੀ GDP ਦਾ 3 ਗੁਣਾ ਪੈਸਾ ਸੰਭਾਲਦਾ ਹੈ। ਆਖਿਰ ਕਿਵੇਂ ਇਸ ਬੰਦੇ ਕੋਲ ਇੰਨਾ ਜ਼ਿਆਦਾ ਪੈਸਾ ਆਇਆ ਤੇ ਕਿਵੇਂ BlackRock ਕੰਪਨੀ ਪੈਸੇ ਕਮਾਉਂਦੀ ਹੈ ਤੇ ਕਿਵੇਂ ਇਹ ਕੰਪਨੀ ਪੂਰੇ ਵਰਲਡ ਤੇ ਰਾਜ ਕਰਦੀ ਹੈ, ਤਾਂ ਜਾਣਦੇ ਹਾਂ ਅੱਜ ਦੀ ਇਹ ਵੀਡੀਓ ਦੇ ਵਿੱਚ। ਲੈਰੀ ਫਿੰਕ ਨੇ ਸਿਰਫ 23 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਕਰੀਅਰ 1976 ਵਿੱਚ ਫਸਟ ਬੋਸਟਨ ਨਾਮ ਦੀ ਕੰਪਨੀ ਵਿੱਚ ਸ਼ੁਰੂ ਕੀਤਾ। ਸਿਰਫ ਕੁਝ ਸਾਲਾਂ ਵਿੱਚ ਹੀ ਫਿੰਕ ਨੇ ਇੱਕ ਕਨਸੈਪਟ ਦੇ ਨਾਲ ਕੰਪਨੀ ਨੂੰ $1 ਮਿਲੀਅਨ ਯਾਨੀ 8000 ਕਰੋੜ ਦਾ ਪ੍ਰੋਫਿਟ ਕਰਵਾਇਆ, ਜਿਸ ਕਨਸੈਪਟ ਦਾ ਨਾਮ ਸੀ ਮਾਰਗੇਜ ਬੈਕਡ ਸਿਕਿਉਰਿਟੀ। ਇਹ ਉਹ ਸਿਕਿਉਰਿਟੀ ਸੀ ਜਿਸ ਕਾਰਨ ਸਾਲ 2008 ਵਿੱਚ ਯੂਨਾਈਟਿਡ ਸਟੇਟਸ ਆਫ ਅਮਰੀਕਾ ਤੇ ਪੂਰੀ ਦੁਨੀਆ ਨੂੰ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਸਾਹਮਣਾ ਕਰਨਾ ਪੈ ਗਿਆ ਸੀ। ਇਸ ਮੰਦੀ ਵਿੱਚ US ਮਾਰਕੀਟ ਦੀ ਵੈਲਿਊ ਕਰੀਬ $1.2 ਟ੍ਰਿਲੀਅਨ ਘਟ ਗਈ ਸੀ। ਉਸ ਸਮੇਂ ਇੰਡੀਆ ਦੀ GDP ਕੁੱਲ $1.2 ਟ੍ਰਿਲੀਅਨ ਹੀ ਸੀ। ਸਾਲ 1986 ਵਿੱਚ ਲੈਰੀ ਫਿੰਕ ਦੀ ਇੱਕ ਗਲਤ ਪ੍ਰੈਡਿਕਸ਼ਨ ਕਾਰਨ ਬੋਸਟਨ ਕੰਪਨੀ ਨੂੰ $100 ਮਿਲੀਅਨ ਯਾਨੀ 800 ਕਰੋੜ ਦਾ ਘਾਟਾ ਚੱਲਣਾ ਪਿਆ। ਇਸ ਘਾਟੇ ਨਾਲ ਕੰਪਨੀ ਦੇ ਪੈਸੇ ਤਾਂ ਗਏ ਹੀ, ਤਾਂ ਲੈਰੀ ਫਿੰਕ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ, ਜਿਸ ਕਾਰਨ ਹੀ ਲੈਰੀ ਫਿੰਕ ਦੀ ਮਾਰਕੀਟ ਵਿੱਚ ਇੱਜ਼ਤ ਵੀ ਗਈ। ਬਸ ਫਿਰ ਕੀ ਸੀ, ਬੰਦੇ ਦੀ ਈਗੋ ਹਟ ਹੋਈ ਤਾਂ ਫਿੰਕ ਨੇ ਸੋਚਿਆ ਕਿ ਇੱਕ ਐਸੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਕ੍ਰੀਏਟ ਕਰਾਂਗੇ ਜੋ ਰਿਸਕ ਮੈਨੇਜਮੈਂਟ ਦੇ ਨਾਮ ਤੇ ਪੂਰੀ ਤਰ੍ਹਾਂ ਮਜ਼ਬੂਤ ਹੋਵੇ ਤੇ ਦੁਨੀਆ ਵਿੱਚ ਕੋਈ ਵੀ ਕ੍ਰਾਈਸਿਸ ਆ ਜਾਵੇ ਉਹ ਉਸ ਸਿਚੁਏਸ਼ਨ ਵਿੱਚ ਆਸਾਨੀ ਨਾਲ ਰਿਸਕ ਮੈਨੇਜ ਕਰ ਸਕੇ। ਸਨ 1988 ਵਿੱਚ ਲੈਰੀ ਫਿੰਕ ਨੇ ਰੌਬਰਟ ਕਿਪੀਟੋ, ਸੁਸ਼ਾਨ ਵੈਗਨਰ, ਬਾਰਬਰਾ ਨੋਵਿਕ, ਬੈਨ ਗੁਲਾਬ, ਹਿਊਜ ਫਰੈਟਰ, ਰੈਪਸ ਐਂਡ ਕੀਥ ਐਂਡਰਸਨ ਨਾਲ ਮਿਲ ਕੇ ਇੱਕ ਫਰਮ ਦੀ ਸਥਾਪਨਾ ਕੀਤੀ। ਲੈਰੀ ਫਿੰਕ 1988 ਵਿੱਚ ਫੰਡਿੰਗ ਲਈ ਇਨਵੈਸਟਰਸ ਦੀ ਖੋਜ ਕਰ ਰਿਹਾ ਸੀ ਤਾਂ ਮੁਲਾਕਾਤ ਹੋਈ ਸਟੀਫਨ ਨਾਲ। ਸਟੀਫਨ ਵੀ ਆਪਣੇ ਸਮੇਂ ਦਾ ਪਾਵਰਫੁਲ ਇਨਵੈਸਟਰ ਸੀ। ਇਹਨਾਂ ਦੀ ਕੰਪਨੀ ਦਾ ਨਾਮ ਸੀ ਬਲੈਕਸਟੋਨ। ਲੈਰੀ ਫਿੰਕ ਦੇ ਟੈਲੈਂਟ ਨੂੰ ਦੇਖ ਸਟੀਫਨ ਇੰਨੇ ਪ੍ਰਭਾਵਿਤ ਹੋਏ ਕਿ ਦੋਨਾਂ ਨੇ 50-50 ਪਾਰਟਨਰਸ਼ਿਪ ਡੀਲ ਕਰ ਲਈ। 50-50 ਪਾਰਟਨਰਸ਼ਿਪ ਡੀਲ ਦੇ ਬਦਲੇ ਬਲੈਕਸਟੋਨ ਨੇ ਫਿੰਕ ਦੀ ਟੀਮ ਨੂੰ $5 ਮਿਲੀਅਨ ਦੀ ਕ੍ਰੈਡਿਟ ਲਾਈਨ ਦਿੱਤੀ ਸਿਰਫ ਕੰਮ ਚਾਲੂ ਕਰਨ ਲਈ। ਤਾਂ ਸਨ 1999 ਤੱਕ ਗਰੁੱਪ ਐਸੈਟ ਕਈ ਗੁਣਾ ਵੱਧ ਕੇ $2.7 ਬਿਲੀਅਨ ਹੋ ਗਈ ਸੀ। ਬਲੈਕਸਟੋਨ ਨੇ 10% ਸਟੇਕ ਸੈਲ ਕਰਕੇ ਆਪਣੀ ਪਾਰਟਨਰਸ਼ਿਪ 40% ਕਰ ਲਈ ਤੇ ਹੁਣ ਲੈਰੀ ਫਿੰਕ ਦੀ ਟੀਮ ਕੋਲ 60% ਦੀ ਸਟੇਕ ਹੋਲਡਿੰਗ ਸੀ। ਸਾਲ 1992 ਵਿੱਚ ਇਸ ਫਰਮ ਨੇ ਆਪਣਾ ਨਾਮ BlackRock ਰੱਖਿਆ ਤੇ ਸਾਲ ਦੇ ਅੰਤ ਵਿੱਚ BlackRock $17 ਬਿਲੀਅਨ ਯਾਨੀ 1 ਲੱਖ ਕਰੋੜ ਦੇ ਐਸੈਟ ਮੈਨੇਜ ਕਰ ਰਿਹਾ ਸੀ ਤੇ 1994 ਦੇ ਐਂਡ ਤੱਕ $53 ਬਿਲੀਅਨ ਯਾਨੀ 4.5 ਲੱਖ ਕਰੋੜ ਦੇ ਐਸੈਟ ਮੈਨੇਜ ਕਰਨ ਲੱਗ ਗਿਆ ਸੀ। ਇਸ ਸਾਲ ਹੀ ਲੈਰੀ ਫਿੰਕ BlackRock ਦੇ ਚੇਅਰਮੈਨ ਤੇ CEO ਵੀ ਬਣ ਗਏ। ਅਕਤੂਬਰ 1 1999 ਵਿੱਚ ਕੰਪਨੀ ਨਿਊਯਾਰਕ ਸਟਾਕ ਐਕਸਚੇਂਜ ਵਿੱਚ ਸਿਰਫ $14 ਪਰ ਸ਼ੇਅਰ ਦੇ ਨਾਲ ਪਬਲਿਕ ਹੋ ਗਈ। ਬਸ ਫਿਰ ਕੀ ਸੀ, BlackRock ਦੀ ਰੈਪਿਡ ਗਰੋਥ ਸ਼ੁਰੂ ਹੋ ਗਈ। ਸਾਲ ਦੇ ਐਂਡ ਤੱਕ ਕੰਪਨੀ $165 ਬਿਲੀਅਨ ਦੇ ਐਸੈਟ ਮੈਨੇਜ ਕਰ ਰਹੀ ਸੀ। ਇਸ ਤੋਂ ਬਾਅਦ BlackRock ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਇਸ ਦੀ ਗਰੋਥ ਸਾਲ ਦਰ ਸਾਲ ਵੱਧਦੀ ਹੀ ਗਈ। ਸੋ ਇਹ ਸੀ ਇੰਟਰੋਡਕਸ਼ਨ BlackRock ਦੀ। ਪਰ ਆਖਿਰ ਇਹ ਕੰਪਨੀ ਕਮਾਈ ਕਿਵੇਂ ਕਰਦੀ ਹੈ ਤੇ $10 ਟ੍ਰਿਲੀਅਨ ਆਏ ਤਾਂ ਆਏ ਕਿਵੇਂ? AMC ਯਾਨੀ ਐਸੈਟ ਮੈਨੇਜਮੈਂਟ ਕੰਪਨੀ। ਇਹ ਉਹ ਕੰਪਨੀਆਂ ਹੁੰਦੀਆਂ ਨੇ ਜੋ ਫਾਈਨੈਂਸ਼ੀਅਲ ਮਾਰਕੀਟ ਵਿੱਚ ਮਨੀ ਮੈਨੇਜ ਕਰਦੀਆਂ ਨੇ। ਵਰਲਡ ਵਾਈਡ ਫੰਡ ਮੈਨੇਜ ਕਰਨ ਵਾਲੀਆਂ ਟੌਪ 3 ਕੰਪਨੀਆਂ ਵਿੱਚੋਂ ਨੰਬਰ 1 ਤੇ ਹੈ BlackRock ਤੇ ਨੰਬਰ 2 ਤੇ ਹੈ ਦਾ ਵੈਨਗਾਰਡ ਗਰੁੱਪ ਐਂਡ ਨੰਬਰ 3 ਤੇ ਹੈ ਸਟੇਟ ਕੈਪੀਟਲ। ਤਾਂ BlackRock ਵੀ ਇੱਕ ਐਸੈਟ ਮੈਨੇਜਮੈਂਟ ਕੰਪਨੀ ਹੈ ਜੋ ਮਿਊਚੁਅਲ ਫੰਡ ਤੇ ਪੈਨਸ਼ਨ ਪਲਾਨਸ ਚਲਾਉਂਦੀ ਹੈ। ਸਿੰਪਲ ਜੀ ਇੱਕ ਐਗਜ਼ਾਮਪਲ ਵਿੱਚ ਸਮਝੇ ਤਾਂ ਜੇਕਰ ਤੁਸੀਂ ਵੀ ਕੋਈ ਸਰਕਾਰੀ ਨੌਕਰੀ ਕਰਦੇ ਹੋ ਤਾਂ ਉਸ ਵਿੱਚ ਤੁਹਾਡਾ ਇੱਕ ਪੈਨਸ਼ਨ ਫੰਡ ਹੁੰਦਾ ਹੈ ਜਿਸ ਦਾ ਪੈਸਾ ਤੁਹਾਨੂੰ ਰਿਟਾਇਰਮੈਂਟ ਤੋਂ ਬਾਅਦ ਹੀ ਮਿਲਦਾ ਹੈ। ਤਾਂ ਰਿਟਾਇਰਮੈਂਟ ਤੋਂ ਪਹਿਲਾਂ ਜਿਹੜਾ ਪੈਨਸ਼ਨ ਫੰਡ ਸਰਕਾਰ ਕੋਲ ਜਮ੍ਹਾਂ ਹੁੰਦਾ ਹੈ, ਸਰਕਾਰ ਉਸ ਫੰਡ ਨੂੰ BlackRock ਦੇ ਕੋਲ ਇਨਵੈਸਟ ਕਰ ਦਿੰਦੀ ਹੈ। ਪੂਰੇ ਵਰਲਡ ਵਿੱਚ ਕਿਸੇ ਵੀ ਦੇਸ਼ ਦਾ ਕੋਈ ਵੀ ਡਿਪਾਰਟਮੈਂਟ ਦਾ ਪੈਨਸ਼ਨ ਫੰਡ ਹੋਵੇ, BlackRock ਹੀ ਉਸ ਨੂੰ ਹੈਂਡਲ ਕਰਦਾ ਹੈ। ਵਰਲਡ ਦੇ ਵੱਡੇ ਬੈਂਕ ਤੇ ਵੱਡੇ ਕੰਪਨੀਆਂ ਤੇ ਵੱਡੇ ਰਿਚੈਸਟ ਬੰਦੇ ਵੀ BlackRock ਕੋਲ ਹੀ ਆਪਣਾ ਪੈਸਾ ਇਨਵੈਸਟ ਕਰਦੇ ਨੇ। ਪਰ ਸਵਾਲ ਉੱਠਦਾ BlackRock ਇੰਨੇ ਪੈਸੇ ਦਾ ਕਰਦਾ ਕੀ ਹੈ ਤੇ ਇਨਵੈਸਟ ਕਿੱਥੇ ਕਰਦਾ ਹੈ?
ਐਪਲ, ਮਾਈਕਰੋਸਾਫਟ, ਐਮਾਜ਼ਨ, ਨੈਟਫਲਿਕਸ, ਫੇਸਬੁੱਕ, ਮਾਸਟਰਕਾਰਡ, ਫੌਕਸ ਮੀਡੀਆ, ਡਿਜ਼ਨੀ ਤੇ ਟੈਸਲਾ ਵਰਗੇ ਹੋਰ ਕਈ ਕੰਪਨੀਆਂ ਦੇ ਇੰਸਟੀਟਿਊਸ਼ਨ ਇਨਵੈਸਟਰਸ ਦੀ ਲਿਸਟ ਵਿੱਚ ਇੱਕ ਨਾਮ ਹਮੇਸ਼ਾ ਦੇਖਣ ਨੂੰ ਮਿਲਦਾ ਹੈ, ਬਲੈਕ ਰੌਕ। ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਐਪਲ ਵਿੱਚ 6.5%, ਨੈਟਫਲਿਕਸ 6.2%, ਫੇਸਬੁੱਕ 6.5% ਤੇ ਮਾਈਕਰੋਸਾਫਟ ਵਿੱਚ 4.57 ਦੀ ਹਿੱਸੇਦਾਰੀ ਰੱਖਦਾ ਹੈ ਬਲੈਕ ਰੌਕ। ਪੈਪਸੀਕੋ, ਕੋਕਾ-ਕੋਲਾ, ਨੈਸਲੇ, ਯੂਨੀਲੀਵਰ ਵਰਗੇ ਹੋਰ ਕਈ ਫੂਡਸ ਬ੍ਰਾਂਡ ਨੂੰ ਵੀ ਬਲੈਕ ਰੌਕ ਹੀ ਓਨ ਕਰਦਾ ਹੈ। ਐਮਾਜ਼ਨ, ਫਲਿੱਪਕਾਰਟ, ਅਲੀ ਐਕਸਪ੍ਰੈਸ ਜਾਂ ਕੋਈ ਵੀ ਮਾਲਸ ਜਿੱਥੇ ਵੀ ਤੁਸੀਂ ਸ਼ਾਪਿੰਗ ਕਰਨਾ ਪਸੰਦ ਕਰਦੇ ਹੋ, ਸਾਰੀ ਕੰਪਨੀਆਂ ਬਲੈਕ ਰੌਕ ਹੀ ਓਨ ਕਰਦਾ ਹੈ। ਫੂਡ, 에ਅਰਪੋਰਟਸ, ਪੈਟਰੋਲੀਅਮ, ਰੀਅਲ ਐਸਟੇਟ, ਟੈਕਨੋਲੋਜੀ, ਐਗਰੀਕਲਚਰ, ਇੰਸ਼ੋਰੈਂਸ ਕੰਪਨੀਆਂ, ਸਬ ਡਿਪਾਰਟਮੈਂਟਸ ਤੇ ਹਰ ਇੱਕ ਸੈਕਟਰ ਵਿੱਚ ਬਲੈਕ ਰੌਕ ਇਨਵੈਸਟ ਕਰਦਾ ਹੈ। ਪੇਟੀਐਮ, ਬਾਈਜੂ, ਪਾਈਨਲੈਬਸ ਵਰਗੇ ਹੋਰ ਕਈ ਇੰਡੀਅਨ ਸਟਾਰਟਅਪਸ ਵਿੱਚ ਵੀ ਬਲੈਕ ਰੌਕ ਇਨਵੈਸਟਮੈਂਟ ਕਰਦਾ ਹੈ। ਜਿੱਥੇ ਤੱਕ ਆਮ ਆਦਮੀ ਸੋਚ ਵੀ ਨਹੀਂ ਸਕਦਾ, ਉੱਥੇ ਇਹ ਕੰਪਨੀ ਇਨਵੈਸਟ ਕਰ ਚੁੱਕੀ ਹੈ। ਬਲੈਕ ਰੌਕ ਦੇ ਇਸ ਪ੍ਰਭਾਵ ਨੂੰ ਦੇਖ ਅਗਸਤ 2020 ਵਿੱਚ ਚਾਈਨਾ ਨੇ ਵੀ ਕੰਪਨੀ ਨੂੰ ਆਪਣੇ ਮਿਊਚੁਅਲ ਫੰਡਸ ਵਿੱਚ ਇਨਵੈਸਟ ਕਰਨ ਦੀ ਪਰਮਿਸ਼ਨ ਦੇ ਦਿੱਤੀ ਹੈ। ਬਲੈਕ ਰੌਕ ਦੁਨੀਆ ਦੀ ਇਕਲੌਤੀ ਕੰਪਨੀ ਬਣ ਚੁੱਕੀ ਹੈ ਜੋ ਚਾਈਨੀਜ਼ ਮਾਰਕੀਟ ਵਿੱਚ ਇਨਵੈਸਟਮੈਂਟ ਕਰ ਸਕਦੀ ਹੈ, ਜੋ ਆਉਣ ਵਾਲੇ ਸਮੇਂ ਵਿੱਚ ਦੁਨੀਆ ਲਈ ਕਾਫੀ ਡੇਂਜਰਸ ਹੋ ਸਕਦਾ ਹੈ। ਪਰ ਆਖਿਰ ਇੰਨੀ ਵੱਡੀ ਕੰਪਨੀ ਦੀ ਕੋਈ ਮੀਡੀਆ ਵਿੱਚ ਗੱਲ ਕਿਉਂ ਨਹੀਂ ਹੁੰਦੀ? ਕਿਉਂਕਿ ਬਲੈਕ ਰੌਕ ਖੁਦ ਚਾਹੁੰਦਾ ਹੈ ਕਿ ਉਹ ਮੀਡੀਆ ਵਿੱਚ ਨਾ ਆਵੇ, ਪਰ ਜੇ ਉਹ ਚਾਹੇ ਤਾਂ ਹਰ ਰੋਜ਼ ਮੀਡੀਆ ਵਿੱਚ ਫੀਚਰ ਹੋ ਸਕਦਾ ਹੈ, ਕਿਉਂਕਿ ਬਲੈਕ ਰੌਕ 90% US ਮੀਡੀਆ ਕੰਪਨੀਜ਼ ਨੂੰ ਓਨ ਕਰਦਾ ਹੈ। ਅੱਜ ਦੇ ਸਮੇਂ ਵਿੱਚ ਬਲੈਕ ਰੌਕ ਇੰਨਾ ਜ਼ਿਆਦਾ ਪਾਵਰਫੁਲ ਹੋ ਚੁੱਕਿਆ ਹੈ ਕਿ ਜੇਕਰ ਗੂਗਲ ਨੇ ਕੋਈ ਵੀ ਅਹਿਮ ਡਿਸੀਜਨ ਲੈਣਾ ਹੋਵੇ ਤਾਂ ਉਸ ਨੂੰ ਇੰਪਲੀਮੈਂਟ ਕਰਨ ਲਈ ਬਲੈਕ ਰੌਕ ਨਾਲ ਕੰਸਲਟ ਜ਼ਰੂਰ ਕਰਨਾ ਪਵੇਗਾ।